ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪੰਜਵਾ। ਜਿਵੇਂ ਸੰਸਾਰਕ ਪੱਖ ਵਿੱਚ ਸਹੁਰੇ ਘਰ ਵਿੱਚ ਲੜਕੀ ਦੀ ਸੱਸ, ਦਰਾਣੀ, ਜਠਾਣੀ ਇਤਿਆਦਿ ਰਿਸ਼ਤੇਦਾਰੀ ਹੁੰਦੀ ਹਨ, ਉਸੇ ਪ੍ਰਕਾਰ ਸਤਿਗੁਰੂ ਜੀ ਰੂਪਕ ਅਲੰਕਾਰ ਦੁਆਰਾ ਜਗਿਆਸੂ ਰੂਪ ਇਸਤਰੀ ਨੂੰ ਉਪਦੇਸ਼ ਬਖਸ਼ਦੇ ਹਨ। ਪਹਿਲਾਂ ਬਾਹਰੀ ਦ੍ਰਿਸ਼ਟਾਂਤ ਬਖਸ਼ਦੇ ਹਨ। ਸੱਸੂ ਤੇ ਪਿਰ ਕੀਨੀ ਵਾਖ, ਦੇਰ ਜਠਾਣੀ ਮੁਈ ਦੁਖ ਸੰਤਾਪ। ਜਿਵੇਂ ਕਿਸੇ ਇਸਤਰੀ ਦੀ ਸੱਸ ਲੜਾਕੀ ਹੋਵੇ ਤੇ ਉਸ ਇਸਤਰੀ ਦੇ ਕਹਿਣ ਤੋਂ ਉਸ ਦੇ ਪਿਰ ਪਤੀ ਨੇ ਸੱਸ ਤੋਂ ਵੱਖਰੀ ਕਰ ਦਿੱਤੀ। ਦੇਰ ਦਰਾਣੀ ਅਤੇ ਜਠਾਣੀ ਜੋ ਬਹੁਤ ਕਲੇਸ਼ ਕਰਦੀਆਂ ਅਤੇ ਦੁੱਖ ਕਸ਼ਟ ਦਿੰਦੀਆਂ ਸਨ, ਉਹ ਵੀ ਮੂਈ ਕਹਿੰਦੇ ਮਰ ਗਈਆਂ, ਭਾਵ ਦੂਰ ਹੋ ਗਈਆਂ। ਘਰ ਕੇ ਜਠੇਰੇ ਕੀ ਚੂਕੀ ਕਾਣ, ਪਿਰ ਰੱਖਿਆ ਕੀਨੀ ਸੁਗੜ ਸੁਜਾਨ। ਘਰ ਦੇ ਜਠੇਰੇ ਭਾਵ ਵਡੇਰੇ ਜੇਠ ਦੀ ਕਾਣ ਕਨੌੜ ਵੀ ਚੁੱਕੀ ਗਈ। ਕਾਰ ਵਿਹਾਰਾਂ ਵਿੱਚ ਸਿਆਣੇ ਅਤੇ ਸੁਜਾਨ ਚਲਾਕ ਪਤੀ ਨੇ ਆਪਣੀ ਸੁਪਤਨੀ ਨੂੰ ਆਗਿਆਕਾਰ ਜਾਣ ਕੇ ਰੱਖਿਆ ਕੀਤੀ। ਹੁਣ ਇਸੇ ਤਰ੍ਹਾਂ ਦੂਸਰਾ ਅਰਥ ਦੱਸਦੇ ਹਨ। ਸੱਸੂ ਤੇ ਪਿਰ ਕੀਨੀ ਵਾਖ, ਦੇਰ ਜਠਾਣੀ ਮੁਈ ਦੁਖ ਸੰਤਾਪ। ਪਤੀ ਰੂਪ ਪਰਮਾਤਮਾ ਨੇ ਜੀਵ ਰੂਪ ਇਸਤਰੀ ਨੂੰ ਮਾਇਆ ਅਵਿਦਿਆ ਰੂਪੀ ਸੱਸ ਤੋਂ ਵੱਖਰੀ ਕਰ ਦਿੱਤਾ। ਹੰਕਾਰ ਦੇ ਘਰ ਵਾਲੀ ਆਸਾ ਰੂਪੀ ਦਰਾਣੀ, ਲੋਭ ਦੇ ਘਰ ਵਾਲੀ ਤ੍ਰਿਸ਼ਨਾ ਰੂਪ ਜਠਾਣੀ, ਜੋ ਹਮੇਸ਼ਾ ਹੀ ਕਸ਼ਟ ਅਤੇ ਸੰਤਾਪ ਕਲੇਸ਼ ਕਰਦੀਆਂ ਰਹਿੰਦੀਆਂ ਸਨ, ਉਹ ਦੋਵੇਂ ਹੀ ਮਰ ਗਈਆਂ, ਭਾਵ ਨਿਵਰਤ ਹੋ ਗਈਆਂ। ਘਰ ਕੇ ਜਠੇਰੇ ਕੀ ਚੂਕੀ ਕਾਣ, ਪਿਰ ਰੱਖਿਆ ਕੀਨੀ ਸੁਗੜ ਸੁਜਾਨ। ਸੰਸਾਰ ਰੂਪ ਘਰ ਦੇ ਜਠੇਰੇ ਵਡੇਰੇ ਭਾਵ ਧਰਮ ਰਾਜੇ ਦੀ ਕਾਣ ਕਨੌੜ ਦਬਾ ਵੀ ਚੁੱਕੀ ਗਈ। ਸੁਗੜ ਕੀਏ ਸੋ ਨਾਮ ਸ੍ਰੇਸ਼ਟ, ਘੜ ਨਾਮ ਘਾੜਤਾਂ ਨੂੰ ਘੜਨ ਵਾਲੇ ਅੰਤਰਜਾਮੀ ਪਤੀ ਪਰਮਾਤਮਾ ਨੇ ਜੀਵ ਰੂਪ ਇਸਤਰੀ ਦੀ ਇਹਨਾਂ ਤੋਂ ਰੱਖਿਆ ਗਈਏ ਹਿਫਾਜ਼ਤ ਕੀਤੀ। ਸੁਨਹੁ ਲੋਕਾ ਮੈਂ ਪ੍ਰੇਮ ਰਸ ਪਾਇਆ। ਹੇ ਲੋਕੋ ਭਾਵ ਪ੍ਰੇਮੀ ਜਨੋ, ਸੁਣਨਾ ਕਰੋ, ਅਸੀਂ ਪਰਮੇਸ਼ਰ ਦੇ ਪ੍ਰੇਮ ਰਸ ਤਾਈਂ ਪਾਉਣਾ ਕੀਤਾ ਹੈ। ਦੁਰਜਨ ਮਾਰੇ ਵੈਰੀ ਸੰਘਾਰੇ, ਸਤਿਗੁਰ ਮੋਕੋ ਹਰ ਨਾਮ ਦਿਵਾਇਆ ਰਹਾਉ। ਦੁਰਜਨ ਹੁੰਦੇ ਖੋਟੇ ਪੁਰਸ਼ ਦੀ ਸੰਗਤ ਵੱਲੋਂ ਜਾਂ ਖੋਟੇ ਰਾਗ ਦਵੈਖ ਆਦਿਕ ਨੂੰ ਮਾਰਨਾ ਕੀਤਾ ਹੈ, ਅਤੇ ਕਾਮ ਕ੍ਰੋਧ ਰੂਪੀ ਵੈਰੀ ਦੁਸ਼ਮਣਾਂ ਨੂੰ ਸੰਘਾਰਣਾ ਭਾਵ ਨਾਸ਼ ਕੀਤਾ ਹੈ। ਸਤਿਗੁਰ ਸੱਚੇ ਗੁਰਾਂ ਨੇ ਕਿਰਪਾ ਕਰਕੇ ਮੇਰੇ ਤਾਈਂ ਹਰੀ ਦਾ ਨਾਮ ਦਿਵਾਉਣਾ ਕੀਤਾ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਪ੍ਰਥਮੇ ਤਿਆਗੀ ਹਉਮੈ ਪ੍ਰੀਤ, ਦੁਤੀਆ ਤਿਆਗੀ ਲੋਗਾ ਰੀਤ। ਹੇ ਜਗਿਆਸੂ ਜਨੋ, ਪ੍ਰਥਮੇ ਪਹਿਲਾਂ ਪਹਿਲੀ ਅਵਸਥਾ ਵਿੱਚ ਦੇਹ ਦੇ ਅੰਦਰੋਂ ਹਉਮੈ ਹੰਗਤਾ ਮਮਤਾ ਦੀ ਪ੍ਰੀਤੀ ਤਿਆਗੀ ਕਹੀਏ ਛੱਡਣ ਵਾਲੇ ਬਣੋ। ਦੁਤੀਆ ਦੂਸਰਾ ਸੰਸਾਰਕ ਲੋਗਾ ਕਹੀਏ ਲੋਕਾਂ ਦੀ ਰੀਤੀ ਤਿਆਗਣੀ ਛੱਡਣੀ ਕਰੋ। ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ, ਤੁਰਿਆ ਗੁਣ ਮਿਲ ਸਾਧ ਪਛਾਨੇ। ਤੀਸਰਾ ਤਿੰਨਾਂ ਗੁਣਾਂ ਦੀ ਉਪਾਸਨਾ ਤਿਆਗ ਛੱਡ ਕਰਕੇ ਦੁਰਜਨ ਕਹੀਏ ਖੋਟੇ ਪੁਰਸ਼ ਅਤੇ ਮੀਤ ਮਿੱਤਰਾਂ ਵਿੱਚ ਸਮਾਨੇ ਸਮਾਨ ਦ੍ਰਿਸ਼ਟੀ ਕਰੋ। ਫਿਰ ਸ੍ਰੇਸ਼ਟ ਪੁਰਸ਼ਾਂ ਦੀ ਸੰਗਤ ਵਿੱਚ ਮਿਲ ਕਰਕੇ ਤੁਰਿਆ ਅਵਸਥਾ ਵਿੱਚ ਗਿਆਨ ਰੂਪ ਗੁਣ ਨੂੰ ਪਛਾਣ ਲਵੋਗੇ। ਸਹਿਜ ਗੁਫਾ ਮਹਿ ਆਸਣ ਬਾਧਿਆ, ਜੋਤ ਸਰੂਪ ਅਨਾਹਦ ਵਾਜਿਆ। ਗਿਆਨ ਸਰੂਪ ਰੂਪੀ ਗੁਫਾ ਵਿੱਚ ਚਿੱਤ ਦਾ ਸਥਿਤ ਕਰਨ ਰੂਪ ਆਸਣ ਬੰਨਣਾ ਕਰੋ। ਇਉਂ ਜੋਤੀ ਸਰੂਪ ਅਨਾਹਦ ਹੱਦ ਤੋਂ ਰਹਿਤ ਪ੍ਰਮਾਤਮਾ ਇੱਕ ਰਸ ਹਿਰਦੇ ਵਿੱਚ ਵਾਜਿਆ ਕਹੀਏ ਪ੍ਰਗਟ ਹੋਵੇਗਾ। ਮਹਾ ਆਨੰਦ ਗੁਰ ਸ਼ਬਦ ਵਿਚਾਰ, ਪ੍ਰਿਯ ਸਿਉ ਰਾਤੀ ਧਨ ਸੁਹਾਗਣ ਨਾਰ। ਹੇ ਜਗਿਆਸੂ, ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਕੇ ਮਹਾਂ ਕਹੀਏ ਬਹੁਤ ਆਨੰਦ ਸੁਖ ਪ੍ਰਾਪਤ ਹੁੰਦਾ ਹੈ। ਜਿਹੜੀ ਮਹਾਤਮਾ ਰੂਪੀ ਇਸਤਰੀ
ਪ੍ਰਿਆ ਕਹੀਏ ਪਤੀ ਅਕਾਲ ਪੁਰਖ ਦੇ ਨਾਲ ਰੰਗੀ ਭਾਵ ਤਦਾ ਕਰ ਹੋਈ ਹੈ। ਉਹ ਸੁਹਾਗਵੰਤੀ ਇਸਤਰੀ ਧਨਤਾ ਦੇ ਯੋਗ ਹੈ। ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੇ ਕਮਾਵੈ ਸੋ ਉਤਰੈ ਪਾਰ। ਸਤਿਗੁਰੂ ਸਾਹਿਬ ਜੀ ਉਚਾਰਦੇ ਹਨ ਕਿ ਹੇ ਜਿਗਿਆਸੂ, ਅਸੀਂ ਜਨ ਦਾਸ ਬ੍ਰਹਮ ਦੀ ਵਿਚਾਰ ਨੂੰ ਹੀ ਬੋਲਦੇ ਹਾਂ। ਜਿਹੜਾ ਵੀ ਇਸ ਵਿਚਾਰ ਤਾਈਂ ਸਰਵਣ ਕਰਕੇ ਕਮਾਈ ਕਰੇਗਾ, ਅਭਿਆਸ ਕਰੇਗਾ, ਉਹ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪ ਕਿਨਾਰੇ 'ਤੇ ਉਤਰ ਜਾਵੇਗਾ। ਜਨਮ ਨ ਮਰੈ ਨ ਆਵੈ ਨ ਜਾਏ, ਹਰ ਸੇਤੀ ਓਹ ਰਹਿ ਸਮਾਏ। ਫਿਰ ਨਾ ਉਹ ਜਨਮਾਂ ਵਿੱਚ ਆਵੇਗਾ ਅਤੇ ਨਾ ਹੀ ਮਰੈ ਕਿ ਇਹ ਮਰੇਗਾ, ਨਾ ਹੀ ਜੀਵ ਕਾਲ ਵਿੱਚ ਪੈ ਕੇ ਆਵੇਗਾ, ਨਾ ਹੀ ਜਾਏ ਜਾਵੇਗਾ। ਹਰੀ ਪਰਮੇਸ਼ਰ ਦੇ ਸਾਥ ਹੀ ਉਹ ਪੁਰਖ ਸਮਾਏ ਕਿ ਇਹ ਅਭੇਦ ਹੋਇਆ ਰਹੇਗਾ। ਆਸਾ ਮਹੱਲਾ ਪੰਜਵਾ। ਸਤਿਗੁਰੂ ਜੀ ਇਸ ਸ਼ਬਦ ਵਿੱਚ ਪਿਤਾ ਸਤਿਗੁਰਾਂ ਦੁਆਰਾ ਪ੍ਰਾਪਤ ਹੋਈ ਸਰੂਪ ਦੀ ਭਗਤੀ ਬਾਰੇ ਦੱਸਦੇ ਹੋਏ ਪਾਵਨ ਸ਼ਬਦ ਉਚਾਰਦੇ ਹਨ। ਨਿਜ ਭਗਤੀ ਸੀਲਵੰਤੀ ਨਾਰ, ਰੂਪ ਅਨੂਪ ਪੂਰੀ ਆਚਾਰ। ਸੀਲਵੰਤੀ ਪਤੀ ਵਰਤਾ ਧਰਮ ਵਾਲੀ, ਸ਼ਾਂਤੀ ਭਾਵ ਵਾਲੀ ਨਾਰ ਇਸਤਰੀ ਦੀ ਨਿਆਈ ਨਿਜ ਆਪਣੇ ਸਰੂਪ ਦੀ ਭਗਤੀ ਸਾਨੂੰ ਪ੍ਰਾਪਤ ਹੋਈ ਹੈ, ਜੋ ਰੂਪ ਸੁਭਾਉ ਕਰਕੇ ਦਿਲ ਦੀ ਸਫਾਈ ਕਰਨ ਵਾਲੀ, ਸੁੰਦਰ ਸਰੂਪ ਵਾਲੀ, ਅਨੂਪ ਉਪਮਾ ਤੋਂ ਰਹਿਤ ਹੈ ਅਤੇ ਸ਼ੁਭ ਗੁਣਾ ਰੂਪੀ ਆਚਾਰ ਸ੍ਰੇਸ਼ਟ ਆਚਰਨ ਵਿੱਚ ਪੂਰਨ ਹੈ। ਜਿਤ ਗ੍ਰਹਿ ਵਸੈ ਸੋ ਗ੍ਰਹਿ ਸੋਭਾਵੰਤਾ, ਗੁਰਮੁਖ ਪਾਈ ਕਿਨੈ ਵਿਰਲੇ ਜਨਤਾ। ਜਿਸ ਹਿਰਦੇ ਰੂਪੀ ਗ੍ਰਹਿ ਘਰ ਵਿੱਚ ਭਗਤੀ ਰੂਪੀ ਇਸਤਰੀ ਵਸਦੀ ਹੈ, ਉਹ ਹਿਰਦਾ ਰੂਪੀ ਗ੍ਰਹਿ ਘਰ ਸ਼ੋਭਾ ਵਾਲਾ ਹੋ ਜਾਂਦਾ, ਪਰੰਤੂ ਕਿਸੇ ਵਿਰਲੇ ਟਾਵੇਂ ਮਨੁੱਖਾਂ ਜੀਵਾਂ ਨੇ ਮੁਖੀ ਸਤਿਗੁਰਾਂ ਦੁਆਰਾ ਐਸੀ ਭਗਤੀ ਰੂਪੀ ਇਸਤਰੀ ਪਾਉਣਾ ਕੀਤੀ ਹੈ। ਸੁਕਰਣੀ ਕਾਮਣ ਗੁਰ ਮਿਲ ਹਮ ਪਾਈ, ਜਜ ਕਾਜ ਪ੍ਰਥਾਇ ਸੁਹਾਈ ਰਹਾਉ। ਸੁਕਰਣੀ ਕਹੀਏ ਸ੍ਰੇਸ਼ਟ ਕਰਨੀ ਵਾਲੀ ਭਗਤੀ ਰੂਪੀ ਕਾਮਣ ਇਸਤਰੀ, ਹਮ ਕਹੀਏ ਅਸਾਂ ਨੇ ਸਤਿਗੁਰੂ ਸਾਹਿਬ ਜੀ ਨਾਲ ਮਿਲ ਕਰਕੇ ਪਾਉਣਾ ਕੀਤੀ ਹੈ। ਜਿਵੇਂ ਸ੍ਰੇਸ਼ਟ ਸੁਭਾਅ ਵਾਲੀ ਇਸਤਰੀ, ਜਜ ਕਹੀਏ ਪੂਜਾ ਵਿਆਹ ਆਦਿ ਸਾਰੇ ਵਿਹਾਰਾਂ ਰੂਪੀ ਕੰਮਾਂ ਅਤੇ ਪ੍ਰਥਾਈ ਰੀਤਾਂ ਰਸਮਾਂ ਜਾਂ ਪਰਲੋਕ ਵਿੱਚ ਸ਼ੋਭਾ ਪਾਉਂਦੀ ਹੈ। ਇਉਂ ਭਗਤੀ ਰੂਪੀ ਇਸਤਰੀ ਆਪਣੇ ਇਸ਼ਟ ਗੁਰੂ ਦੇ ਜਜ ਕਹੀਏ ਪੂਜਨ ਸਮੇਂ, ਸਿਮਰਨ ਗਿਆਨ ਰੂਪ ਕਾਰਜ ਵੇਲੇ ਅਤੇ ਪ੍ਰਥਾਏ ਪ੍ਰਲੋਕ ਭਾਵ ਸੱਚਖੰਡ ਦੀ ਪ੍ਰਾਪਤੀ ਵਾਲੀ, ਪਰਥਾਏ ਭਾਵ ਥਾਏ ਥਾਵਾਂ ਤੋਂ ਪਰ ਪਰੇ ਪਰਮੇਸ਼ਰ ਦੀ ਪ੍ਰਾਪਤੀ ਵੇਲੇ ਸ਼ੋਭਨੀਕ ਹੋਈ ਹੈ। ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਹਨ। ਜਿਚਰ ਵਸੀ ਪਿਤਾ ਕੈ ਸਾਥ, ਤਿਚਰ ਕੰਤ ਬਹੁ ਫਿਰੈ ਉਦਾਸ। ਜਿੰਨਾ ਚਿਰ ਤੱਕ ਭਗਤੀ ਰੂਪੀ ਲੜਕੀ ਆਪਣੇ ਗੁਰਾਂ ਰੂਪੀ ਪਿਤਾ ਪਿਓ ਦੇ ਨਾਲ ਵਸਦੀ ਸੀ, ਉਹਨਾਂ ਚਿਰ ਤੱਕ ਜੀਵ ਰੂਪੀ ਪਤੀ ਬਹੁਤ ਉਦਾਸ ਉਪਰਾਮ ਹੋ ਕੇ ਇੱਧਰ ਉੱਧਰ ਭਟਕਦਾ ਰਹਿੰਦਾ ਹੈ। ਕਰ ਸੇਵਾ ਸਤਿਪੁਰਖ ਮਨਾਇਆ, ਗੁਰ ਆਣੀ ਘਰ ਮਹਿ ਤਾ ਸਰਬ ਸੁਖ ਪਾਇਆ। ਜਦੋਂ ਜੀਵ ਨੇ ਸਤਿਪੁਰਖ ਉੱਤਮ ਪੁਰਸ਼ ਤ੍ਰੈ ਕਾਲ ਆਬਾਦ ਸਰੂਪ ਸੱਚੇ ਪੂਰਨ ਸਤਿਗੁਰੂ ਜੀ ਨੂੰ ਸੇਵਾ ਟਹਿਲ ਕਰਕੇ ਮਨਾਉਣਾ ਕੀਤਾ, ਤਾਂ ਸਤਿਗੁਰਾਂ ਦੁਆਰਾ ਭਗਤੀ ਰੂਪੀ ਇਸਤਰੀ ਨੂੰ ਹਿਰਦੇ ਰੂਪੀ ਘਰ ਵਿੱਚ ਆਣੀ ਕਹੀਏ ਲਿਆਉਣਾ ਕੀਤਾ। ਜਦੋਂ ਭਗਤੀ ਹਿਰਦੇ ਵਿੱਚ ਵਸ ਗਈ, ਤਦ ਸਾਰੇ ਸੁੱਖਾਂ ਨੂੰ ਪਾਉਣਾ ਕੀਤਾ। ਬੱਤੀ ਸੁਲੱਖਣੀ ਸੱਚ ਸੰਤਤ ਪੂਤ। ਜਿਵੇਂ ਬੱਤੀ ਸੁਲੱਖਣੀ ਸ੍ਰੇਸ਼ਟ ਲੱਖਣਾਂ ਵਾਲੀ ਇਸਤਰੀ ਸਤਪਰਤੱਗੀ ਪੂਤ ਪੁੱਤਰ ਆਦਿ ਸੰਤਾਨ ਔਲਾਦ ਵਾਲੀ ਸੁਗੜ ਕਹੀ ਜਾਂਦੀ ਹੈ, ਇਸੇ ਪ੍ਰਕਾਰ ਭਗਤੀ ਰੂਪੀ ਇਸਤਰੀ 32 ਸ੍ਰੇਸ਼ਟ ਲੱਖਣਾਂ ਭਾਵ 10 ਇੰਦਰੀਆਂ, 2 ਮਨ ਤੇ ਬੁੱਧ, 10 ਪ੍ਰਾਣ, 5 ਕਾਮ ਕ੍ਰੋਧ ਲੋਭ ਮੋਹ ਹੰਕਾਰ ਜਾਂ 5 ਤੱਤਾਂ ਦੀ ਧਾਰਨਾ ਅਤੇ 5 ਸ਼ਬਦ ਸਪਰਸ਼ ਰੂਪ ਰਸ ਗੰਧ ਦਾ ਦਮਨ ਕਰਨ ਰੂਪ 32 ਲੱਛਣਾਂ, 7 ਦੇ ਧਾਰਨ ਵਾਲੀ ਗਿਆਨ ਰੂਪੀ ਪੁੱਤਰ ਦੇ ਸਹਿਤ ਔਲਾਦ ਵਾਲੀ ਹੈ।
ਸਤ ਸੰਤੋਖ ਦਇਆ ਧਰਮ ਆਦ ਭਰਾਤਾ ਹਨ, ਅਤੇ ਪਰੋਖ ਗਿਆਨ ਰੂਪ ਪੁੱਤਰ ਹੈ ਅਤੇ ਅਪਰੋਖ ਗਿਆਨ ਰੂਪੀ ਪੋਤਰਾ ਹੈ। ਇਉਂ ਸ੍ਰੇਸ਼ਟ ਔਲਾਦ ਵਾਲੀ ਹੈ ਅਤੇ ਆਗਿਆਕਾਰੀ ਸੁਗੜ ਸਰੂਪ। ਆਗਿਆਕਾਰੀ ਪ੍ਰਭੂ ਦਾ ਭਾਣਾ ਮੰਨਣ ਵਾਲੀ, ਸ਼ੁਭ ਗੁਣਾਂ ਦੀਆਂ ਸ੍ਰੇਸ਼ਟ ਘਾੜਤਾਂ ਨੂੰ ਘੜਨ ਵਾਲੀ, ਦਿਲ ਦੀ ਸਫਾਈ ਰੂਪੀ ਸਰੂਪ ਸੁੰਦਰ ਰੂਪ ਵਾਲੀ ਹੈ। ਇਸ਼ ਪੂਰੇ ਮਨ ਕੰਤ ਸੁਆਮੀ, ਸਗਲ ਸੰਤੋਖੀ ਦੇਰ ਜੇਠਾਨੀ। ਜੀਵ ਰੂਪ ਕੰਤ ਪਤੀ ਨੂੰ ਸੁਆਮੀ ਮਾਲਕ ਜਾਣ ਕੇ ਉਸ ਦੇ ਮਨ ਦੀ ਸਾਰੀ ਇਸ਼ ਖਵਾਹਿਸ਼ ਆਸਾ ਪੂਰੀ ਕਰਨ ਵਾਲੀ ਹੈ। ਸਾਰੀਆਂ ਆਸਾਂ ਰੂਪ ਦਰਾਣੀਆਂ ਅਤੇ ਤ੍ਰਿਸ਼ਨਾ ਰੂਪ ਜਠਾਣੀਆਂ ਨੂੰ ਵੀ ਸੰਤੋਖ ਦੇ ਸਹਿਤ ਕਰਨ ਵਾਲੀ ਹੈ। ਸਭ ਪਰਵਾਰੈ ਮਾਹਿ ਸਰੇਸਟ, ਮਤੀ ਦੇਵੀ ਦੇਵਰ ਜੇਸਟ। ਸਾਰੇ ਦੇਵੀ ਗੁਣਾ ਰੂਪੀ ਪਰਿਵਾਰ ਵਿੱਚ ਭਗਤੀ ਰੂਪੀ ਇਸਤਰੀ ਸ੍ਰੇਸ਼ਟ ਉੱਤਮ ਪ੍ਰਸ਼ੰਸਾਯੋਗ ਹੈ। ਹੰਕਾਰ ਰੂਪੀ ਦਿਓਰ ਅਤੇ ਲੋਭ ਰੂਪੀ ਜੇਸ਼ਟ ਜੇਠ ਦੇ ਤਾਈਂ ਮਤੀ ਕੀਏ ਮਤ ਦੇਣ ਵਾਲੀ ਹੈ। ਭਾਵ ਹੰਕਾਰ ਤਾਈਂ ਨਿਮਰਤਾ ਤੇ ਲੋਭ ਤਾਈਂ ਸੰਤੋਖ ਨਿਰਲੋਭਤਾ ਬਖਸ਼ਦੀ ਹੈ। ਧਨ ਸੁਗ੍ਰਿਹੋ ਜਿਤ ਪ੍ਰਗਟੀ ਆਏ, ਜਨ ਨਾਨਕ ਸੁਖੇ ਸੁਖ ਵਿਹਾਏ। ਉਹ ਹਿਰਦਾ ਰੂਪੀ ਗ੍ਰਿਹੋ ਘਰ ਧਨ ਧਨਤਾ ਯੋਗ ਹੈ, ਜਿਸ ਵਿੱਚ ਭਗਤੀ ਰੂਪੀ ਇਸਤਰੀ ਆ ਕੇ ਪ੍ਰਗਟ ਹੋਈ ਹੈ। ਸਤਿਗੁਰੂ ਸਾਹਿਬ ਜੀ ਉਚਾਰਦੇ ਹਨ ਕਿ ਪ੍ਰਭੂ ਦੇ ਜਨ ਸੇਵਕਾਂ ਦੀ ਸਾਰੀ ਅਵਸਥਾ ਸੁਖ ਹੀ ਸੁਖ ਵਿੱਚ ਵਿਹਾਏ ਬਤੀਤ ਹੁੰਦੀ ਹੈ। ਆਸਾ ਮਹੱਲਾ ਪੰਜਵਾ। ਸਤਿਗੁਰੂ ਸਾਹਿਬ ਜੀ ਪਾਸ ਅਧਿਕਾਰੀ ਸਿੱਖ ਨੇ ਬੇਨਤੀ ਕੀਤੀ ਕਿ ਮਹਾਰਾਜ, ਮਾਇਆ ਬਹੁਤ ਪ੍ਰਬਲ ਹੈ, ਇਸ ਤੋਂ ਤਰਨਾ ਬਹੁਤ ਔਖਾ ਹੈ, ਆਪ ਜੀ ਹੀ ਕਿਰਪਾ ਕਰਕੇ ਬਖਸ਼ਣਾ ਕਰੋ। ਤਾਂ ਅਧਿਕਾਰੀ ਸਿੱਖ ਦੀ ਬੇਨਤੀ ਸੁਣ ਕੇ ਗੁਰੂ ਜੀ ਮਾਇਆ ਦੇ ਪ੍ਰਕਰਣ ਦੁਆਰਾ ਉਪਦੇਸ਼ ਬਖਸ਼ਦੇ ਹਨ। ਮਤਾ ਕਰੋ ਸੋ ਪੱਕਨ, ਪੱਕਨ ਸੋ ਪੱਕਨ ਨਾ ਦੇਈ, ਸੀਲ ਸੰਜਮ ਕੈ ਨਿਕਟ ਖਲੋਈ। ਮਤਾ ਭਾਵ ਹੈ ਸਿੱਖ ਜੇਕਰ ਸਿਮਰਨ ਭਜਨ ਪਰਉਪਕਾਰ ਆਦਿ ਦੀ ਮਤਾ ਸਲਾਹ ਕਰੀਏ ਤਾਂ ਇਹ ਮਾਇਆ ਉਸ ਨੂੰ ਸਲਾਹ ਨੂੰ ਪੱਕਾ ਭਾਵ ਪੂਰਾ ਨਹੀਂ ਹੋਣ ਦਿੰਦੀ। ਜਿਹੜੇ ਸੀਲ ਨਰਮ ਸੁਭਾਅ ਅਤੇ ਸੰਜਮ ਇੰਦਰੀਆਂ ਦਾ ਦਮਨ ਕਰਨਾ ਚਾਹੁੰਦੇ ਆ, ਉਹਨਾਂ ਦੇ ਨਿਕਟ ਨੇੜੇ ਹੀ ਮਾਇਆ ਖੜੀ ਆ। ਭਾਵ ਸੀਲ ਨਰਮ ਸੁਭਾਅ ਵਾਲਿਆਂ ਨੂੰ ਝੱਟ ਹੀ ਕ੍ਰੋਧੀ ਬਣਾ ਦਿੰਦੀ ਹੈ ਅਤੇ ਸੰਜਮੀਆਂ ਨੂੰ ਵਿਕਾਰੀ ਬਣਾ ਦਿੰਦੀ ਹੈ। ਵੇਸ ਕਰੇ ਬਹੁ ਰੂਪ ਦਿਖਾਵੈ, ਬਹੁਤ ਭੇਸ ਧਾਰਨ ਕਰਦੀ ਆ ਅਤੇ ਅਨੇਕਾਂ ਰੂਪ ਜੀਵਾਂ ਤਾਈਂ ਦਿਖਾਉਂਦੀ ਆ। ਜਿਵੇਂ ਭਗਤ ਕਬੀਰ ਸਾਹਿਬ ਜੀ ਦੇ ਪਾਸ ਕਦੇ ਸ਼ਾਹੂਕਾਰਨੀ ਅਤੇ ਕਦੇ ਰਾਣੀ ਬਣ ਕੇ ਆ ਜਾਂਦੀ ਸੀ। ਬਾਬਾ ਕਬੀਰ ਜੀ ਆਪਣੇ ਸਲੋਕਾਂ ਰਾਹੀਂ ਕਿਰਪਾ ਕਰਦੇ ਹਨ। ਕਬੀਰ ਆਈ ਮੁਝਹਿ ਪਹਿ ਅਨਕ ਘਰੇ ਕਰ ਭੇਸ, ਹਮ ਰਾਖੇ ਗੁਰ ਆਪਨੇ ਉਨ ਕੀਨੋ ਆਦੇਸ। ਗ੍ਰਹਿ ਬਸਨ ਨ ਦੇਈ ਵਖ ਵਖ ਪਰਮਾਵੈ, ਹਿਰਦੇ ਰੂਪੀ ਘਰ ਵਿੱਚ ਅੰਤਰਮੁਖ ਬਿਰਤੀ ਜਾਂ ਸਤ ਸੰਤੋਖ ਦਇਆ ਧਰਮ ਵਿਚਾਰ ਆਦਿ ਸ਼ੁਭ ਗੁਣਾਂ ਨੂੰ ਵਸਣ ਨਹੀਂ ਦਿੰਦੀ, ਸਗੋਂ ਇਹਨਾਂ ਨੂੰ ਇੰਦਰੀਆਂ ਦੇ ਵਿਸ਼ੇ ਵਿੱਚ ਲਗਾ ਕੇ ਵੱਖੋ ਵੱਖਰਾ ਭਰਮਾਉਣਾ ਕਰਦੀ ਹੈ। ਜਿਵੇਂ ਸੰਤੋਖ ਨੂੰ ਲੋਭ ਰੂਪੀ ਕੂਕਰ ਚਿੰਬੜਿਆ ਹੋਇਆ, ਵਸਤ ਵਿਚਾਰ ਨੂੰ ਕਾਮ ਚਿੰਬੜਿਆ ਹੋਇਆ ਆਦਿ। ਘਰ ਕੀ ਨਾਇਕ ਘਰ ਵਾਸ ਨਾ ਦੇਵੈ, ਯਤਨ ਕਰੋ ਉਰਜਾਏ ਪਰਿਵੈ ਰਹਾਉ। ਸੰਸਾਰ ਰੂਪੀ ਘਰ ਦੀ ਮਾਇਆ ਨਾਇਕ ਮਾਲਕਣੀ ਬਣੀ ਬੈਠੀ ਹੈ, ਜੋ ਹਿਰਦੇ ਰੂਪੀ ਘਰ ਵਿੱਚ ਅੰਤਰਮੁਖ ਬਿਰਤੀ ਕਰਨ ਰੂਪ ਜਾਂ ਸ਼ੁਭ ਗੁਣਾਂ ਸਮੇਤ ਜੀਵ ਨੂੰ ਵਸਣ ਨਹੀਂ ਦਿੰਦੀ। ਜੇਕਰ ਅੰਤਰਮੁਖ ਬਿਰਤੀ ਕਰਨ ਦਾ ਯਤਨ ਉਪਾਅ ਕਰੀਏ ਤਾਂ ਹੀ ਉਰਜਾਏ ਅਟਕਾ ਰੁਕਾਵਟ ਪਰੇਵੈ ਪਾ ਦਿੰਦੀ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਧੁਰ ਕੀ ਭੇਜੀ ਆਈ ਅਮਰ, ਨੌਖੰਡ ਜੀਤੇ ਸਭ ਥਾਨ ਥਨੰਤਰ। ਇਹ ਧੁਰੋਂ ਦਰਗਾਹੋਂ ਪਰਮੇਸ਼ਰ ਦੇ ਆਮਰ ਹੁੰਦਾ ਹੁਕਮ ਦੀ ਹੀ ਭੇਜੀ ਹੋਈ ਸੰਸਾਰ ਨੂੰ ਪਰਖਣ ਵਾਸਤੇ ਆਈ ਹੈ। ਧੁਰੋਂ ਪਰਮੇਸ਼ਰ ਦੀ ਭੇਜੀ ਹੋਈ ਆਈ ਹੈ, ਪਰੰਤੂ ਇੱਥੇ ਆਪਣੇ ਆਪ ਨੂੰ ਅਮਰ ਮੰਨੀ ਬੈਠੀ ਹੈ ਜਾਂ ਆਪਣਾ ਆਮਰ ਹੁਕਮ ਚਲਾਈ ਫਿਰਦੀ ਆ। ਇਸ ਮਾਇਆ ਨੇ 9 ਖੰਡਾਂ ਦੇ
ਸਾਰੇ ਜੀਵ ਅਤੇ ਜਗ ਪੂਜਾ ਵਾਲੇ ਅਸਥਾਨ ਤਨੰਤਰ ਅਸਥਾਨਾਂ ਦੇ ਅੰਦਰ ਰਹਿਣ ਵਾਲੇ ਜੀਵ ਜੰਤ ਸਾਰੇ ਜਿੱਤੇ ਹੋਏ ਭਾਵ ਆਪਣੇ ਅਧੀਨ ਕੀਤੇ ਹੋਏ ਇਸ ਨੇ। ਤਟ ਤੀਰਥ ਨ ਛੋਡੇ ਜੋਗ ਸੰਨਿਆਸ, ਪੜ ਥਾਕੇ ਸਿਮਰਤ ਬੇਦ ਅਭਿਆਸ। ਤੀਰਥ ਕਹੀਏ ਧਾਰਮਿਕ ਅਸਥਾਨਾਂ ਦੇ ਤਟ ਕਿਨਾਰਿਆਂ 'ਤੇ ਬੈਠਣ ਵਾਲੇ ਤਪਸਵੀ ਯੋਗ ਨੂੰ ਧਾਰਨ ਵਾਲੇ ਜੋਗੀ, ਸੰਨਿਆਸ ਤਿਆਗ ਕਰਨ ਵਾਲੇ ਤਿਆਗੀ ਆਦਿ ਮਾਇਆ ਨੇ ਕੋਈ ਵੀ ਨਹੀਂ ਛੱਡੇ। ਸਿਮਰਤ ਕਹੀਏ 27 ਸਿਮਰਤੀਆਂ ਤਾਈਂ ਪੜ੍ਹ ਕੇ ਅਤੇ ਵੇਦ ਚਾਰੇ ਵੇਦਾਂ ਦਾ ਅਭਿਆਸ ਕਰਕੇ ਅਨੇਕਾਂ ਵਿਦਵਾਨ ਵੀ ਥੱਕ ਗਏ ਆ। ਜਹ ਬੈਸੋ ਤਹ ਨਾਲੇ ਬੈਸੈ, ਸਗਲ ਭਵਨ ਮਹਿ ਸਗਲ ਭਵਨ ਮਹਿ ਸਬਲ ਪਰਵੇਸੈ। ਜਿੱਥੇ ਵੀ ਵਿਰਾਗੀ ਤਿਆਗੀ ਬਣ ਕੇ ਬੈਠ ਜਾਓ ਉੱਥੇ ਨਾਲ ਹੀ ਮਨ ਦੇ ਵਿੱਚ ਹੀ ਬੈਠਦੀ ਇਸਤਤ ਹੁੰਦੀ ਆ। ਸਾਰੇ ਸੰਸਾਰ ਰੂਪੀ ਭਵਨ ਘਰ ਜਾਂ 14 ਭਵਨਾਂ ਵਿੱਚ ਸਬਲ ਸਹਿਤ ਬਲ ਦੇ ਪ੍ਰਵੇਸ਼ ਕਰਦੀ ਆ। ਹੋਸ਼ੀ ਸਰਣ ਪਾਇਆ ਰਹਿਣ ਨ ਪਾਈ, ਕਹੋ ਮੀਤਾ ਹਉ ਕਹਿ ਪਹਿ ਜਾਈ। ਹੋਸ਼ੀ ਕਹੀਏ ਤੁਸ਼ ਪੁਰਸ਼ਾਂ ਕਾਮ ਕ੍ਰੋਧ ਵਿੱਚ ਗ੍ਰਸੇ ਹੋਇਆਂ ਦੀ ਪਨਾਹ ਵਿੱਚ ਪੈਣ ਕਰਕੇ ਸਮਾਇਆ ਦੇ ਮੋਹ ਤੋਂ ਠਹਿਰਨਾ ਭਾਵ ਛੁੱਟਣਾ ਨਹੀਂ ਪਾਈਦਾ। ਅਧਿਕਾਰੀ ਸਿੱਖ ਦੀ ਬੇਨਤੀ ਕਥਨ ਕਰਦੇ ਹਨ। ਫਿਰ ਹੇ ਮੇਰੇ ਮੀਤਾ ਮਿੱਤਰ ਰੂਪ ਸਤਿਗੁਰੂ ਜੀ, ਕਹੋ ਦੱਸੋ ਕਿ ਹਉ ਮੈਂ ਮਾਇਆ ਦੇ ਮੋਹ ਤੋਂ ਬਚਣ ਲਈ ਕਿਸ ਪਾਸ ਜਾਵਾਂ। ਸੁਣ ਉਪਦੇਸ ਸਤਿਗੁਰ ਪਹਿ ਆਇਆ, ਗੁਰ ਹਰ ਹਰ ਨਾਮ ਮੋਹ ਮੰਤਰ ਦਿਰੜਾਇਆ। ਗੁਰੂ ਜੀ ਨੇ ਕਿਹਾ ਕਿ ਹੇ ਸਿੱਖਾ, ਜਿਸ ਵੇਲੇ ਅਸੀਂ ਉਪਦੇਸ਼ ਸਿੱਖਿਆ ਸੁਣਨ ਵਾਸਤੇ ਆਪਣੇ ਪਿਤਾ ਸਤਿਗੁਰੂ ਜੀ ਪਾਸ ਆਉਣਾ ਕੀਤਾ ਹੈ, ਤਦ ਸਤਿਗੁਰਾਂ ਨੇ ਹਰੀ ਹਰ ਪਰਮੇਸ਼ਰ ਦਾ ਅੰਮ੍ਰਿਤ ਨਾਮ ਰੂਪੀ ਮੰਤਰ ਮੈਨੂੰ ਦ੍ਰਿੜ ਕਰਵਾਇਆ ਹੈ ਕਿ ਇਸ ਦਾ ਅਭਿਆਸ ਕਰ, ਫਿਰ ਤੈਨੂੰ ਮਾਇਆ ਪੋਹ ਨਹੀਂ ਸਕੇਗੀ। ਨਿਜ ਘਰ ਵਸਿਆ ਗੁਣ ਗਾਏ ਅਨੰਤਾ, ਪ੍ਰਭ ਮਿਲਿਓ ਨਾਨਕ ਭਏ ਅਚਿੰਤਾ। ਇਸ ਪ੍ਰਕਾਰ ਬੇਅੰਤ ਪ੍ਰਭੂ ਦੇ ਗੁਣਾਂ ਨੂੰ ਗਾਉਣ ਕਰਕੇ ਆਪਣੇ ਸਰੂਪ ਰੂਪੀ ਤੁਰਿਆ ਪਦ ਰੂਪੀ ਘਰ ਵਿੱਚ ਵਸ ਗਏ ਹਾਂ। ਸਤਿਗੁਰੂ ਜੀ ਉਚਾਰਦੇ ਹਨ ਕਿ ਇਸ ਪ੍ਰਕਾਰ ਪਰਮੇਸ਼ਵਰ ਵਾਹਿਗੁਰੂ ਮਿਲ ਗਿਆ ਤੇ ਸਾਰੀਆਂ ਅਚਿੰਤਾਵਾਂ ਤੋਂ ਭਾਵ ਸਾਰੀਆਂ ਚਿੰਤਾਵਾਂ ਤੋਂ ਰਹਿਤ ਹੋ ਗਏ ਹਾਂ। ਘਰ ਮੇਰਾ ਇਹ ਨਾਇਕ ਹਮਾਰੀ, ਇਹ ਆਮਰ ਹਮ ਗੁਰ ਕੀਏ ਦਰਬਾਰੀ। ਰਹਾਉ ਦੂਜਾ, ਇਉਂ ਸਰੂਪ ਰੂਪੀ ਘਰ ਸਾਡਾ ਹੋ ਗਿਆ ਹੈ ਅਤੇ ਮਾਇਆ ਜੋ ਸਾਰੀ ਦੁਨੀਆ ਦੀ ਮਾਲਕਣ ਬਣੀ ਬੈਠੀ ਸੀ, ਇਸ ਨੂੰ ਸਾਡੀ ਦਾਸੀ ਬਣਾ ਦਿੱਤਾ। ਇਹ ਮਾਇਆ ਹੁਣ ਸਾਡੇ ਆਮਰ ਹੁਕਮ ਵਿੱਚ ਚੱਲਣ ਵਾਲੀ ਬੰਦੀ ਹੋ ਗਈ। ਸਤਿਗੁਰੂ ਜੀ ਨੇ ਸਾਨੂੰ ਆਪਣੇ ਦਰਬਾਰ ਸਰੂਪ ਰੂਪੀ ਦਰਬਾਰ ਦੇ ਮਾਲਕ ਕਰ ਦਿੱਤਾ। ਇਉਂ ਹੇ ਅਧਿਕਾਰੀ ਸਿੱਖਾ, ਗੁਰਾਂ ਦੇ ਬਚਨਾਂ ਦੀ ਕਮਾਈ ਕਰਕੇ ਨਾਮ ਦੇ ਅਭਿਆਸ ਦੁਆਰਾ ਮਾਇਆ ਤੋਂ ਬਚਿਆ ਜਾਂਦਾ ਹੈ। ਰਹਾਉ ਦੂਜਾ। ਆਸਾ ਮਹੱਲਾ ਪੰਜਵਾ। ਜਿਸ ਵੇਲੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ 1638 ਬਿਕਰਮੀ ਭਾਦਰੋਂ ਸੁਦੀ ਦੂਜ ਨੂੰ ਆਪਣੇ ਛੋਟੇ ਸਾਹਿਬਜ਼ਾਦੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ ਕੇ ਆਪ 1638 ਬਿਕਰਮੀ ਭਾਦਰੋਂ ਸੁਦੀ ਤੀਜ ਨੂੰ ਜੋਤੀ ਜੋਤ ਸਮਾ ਗਏ। ਉਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਪ੍ਰਾਪਤ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਿਵਾਸ ਕਰਨ ਲੱਗੇ। ਦੂਜੇ ਪਾਸੇ ਪ੍ਰਿਥੀ ਚੰਦ ਨੇ ਉਸੇ ਵੇਲੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਸੁਲਹੀ ਖਾਨ ਰਾਹੀਂ ਜਹਾਂਗੀਰ ਅੱਗੇ ਜਾ ਕੇ ਪੁਕਾਰ ਕੀਤੀ ਕਿ ਪਿਤਾ ਦਾ ਵੱਡਾ ਪੁੱਤਰ ਹੋਣ ਦੇ ਨਾਤੇ ਗੁਰਤਾ ਗੱਦੀ ਉੱਪਰ ਬੈਠਣ ਦਾ ਮੇਰਾ ਹੱਕ ਸੀ, ਪਰੰਤੂ ਮੇਰਾ ਛੋਟਾ ਭਰਾ ਅਰਜਨ ਦੇਵ ਗੱਦੀ ਸਾਂਭੀ ਬੈਠਾ ਹੈ, ਇਸ ਕਰਕੇ ਮੇਰਾ ਨਿਆਂ ਕਰੋ। ਤਾਂ ਬਾਦਸ਼ਾਹ ਨੇ ਪ੍ਰਿਥੀ ਚੰਦ ਨੂੰ ਪੁੱਛਿਆ ਕਿ ਤੇਰਾ ਭਰਾ ਆਪ ਜ਼ਬਰਦਸਤੀ ਬੈਠਾ ਹੈ ਜਾਂ ਤੁਹਾਡੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਬਿਠਾ ਕੇ ਗਏ? ਤਾਂ ਉਸ ਸਮੇਂ ਪ੍ਰਿਥੀਆ ਠਠੰਬਰ ਗਿਆ, ਨਾ ਚਾਹੁੰਦਾ ਹੋਇਆ ਵੀ ਸੱਚ ਬੋਲਣ ਲਈ ਮਜਬੂਰ ਹੋ ਗਿਆ। ਢਿੱਲੀ ਜਿਹੀ ਆਵਾਜ਼ ਵਿੱਚ ਕਹਿਣ ਲੱਗਾ ਕਿ ਗੁਰਤਾ ਗੱਦੀ ਉੱਪਰ ਬਿਠਾ ਕੇ ਤਾਂ ਮੇਰੇ ਪਿਤਾ ਜੀ ਹੀ ਗਏ ਹਨ। ਬਾਦਸ਼ਾਹ ਨੇ ਕਿਹਾ ਕਿ ਫਿਰ ਤੂੰ ਕੀ ਮੂੰਹ ਲੈ ਕੇ ਪੁਕਾਰ ਕਰਨ ਲਈ ਆਇਆ ਹੈ? ਇਹ ਧਾਰਮਿਕ ਮਾਮਲਾ ਹੈ। ਗੁਰੂ ਰਾਮਦਾਸ ਜੀ ਆਪਣੇ ਹੁੰਦਿਆਂ ਜਿਸ ਨੂੰ ਗੁਰੂ ਬਣਾ ਗਏ ਹਨ,
ਗੁਰਤਾ ਗੱਦੀ ਦਾ ਮਾਲਕ ਉਹੀ ਹੈ, ਉਹਨਾਂ ਦੇ ਫੈਸਲੇ ਵਿੱਚ ਮੈਂ ਦਖਲ ਨਹੀਂ ਦੇ ਸਕਦਾ। ਫਿਰ ਪ੍ਰਿਥੀ ਚੰਦ ਸੁਲਹੀ ਖਾਨ ਅੱਗੇ ਜਾ ਕੇ ਰੋਇਆ ਕਿ ਮੇਰਾ ਸਾਰਾ ਪੈਸਾ ਵੀ ਖਰਚ ਹੋ ਗਿਆ, ਕਿਉਂਕਿ ਜੋ ਗੁਰੂ ਘਰ ਦਾ ਧਨ ਚੋਰੀ ਜੋੜਦਾ ਰਿਹਾ ਸੀ ਉਹ ਸਾਰਾ ਇਹਨਾਂ ਕੰਮਾਂ ਵਿੱਚ ਹੀ ਲੱਗ ਗਿਆ। ਸੁਲਹੀ ਖਾਨ ਜੋ ਇਸ ਕੋਲੋਂ ਵੱਡੀ ਰਕਮ ਲੈ ਕੇ ਇਸ ਦਾ ਪੱਖੀ ਬਣਿਆ ਸੀ, ਕਰ ਤਾਂ ਭਾਵੇਂ ਉਹ ਕੁਝ ਨਹੀਂ ਸਕਦਾ ਸੀ, ਪਰੰਤੂ ਇਸ ਨੇ ਪ੍ਰਿਥੀ ਚੰਦ ਨੂੰ ਝੂਠੀ ਧੀਰਜ ਦਿੰਦਿਆਂ ਕਿਹਾ ਕਿ ਮੈਂ ਤੈਨੂੰ ਗੁਰਤਾ ਗੱਦੀ ਦਿਵਾ ਕੇ ਰਵਾਂਗਾ। ਜਦੋਂ ਦਿੱਲੀ ਨਿਵਾਸੀ ਸੰਗਤਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਇੱਥੋਂ ਦਾ ਸਾਰਾ ਹਾਲ ਇੱਕ ਚਿੱਠੀ ਰਾਹੀਂ ਲਿਖ ਕੇ ਸਤਿਗੁਰਾਂ ਵੱਲ ਭੇਜ ਦਿੱਤਾ ਕਿ ਸੁਲਹੀ ਖਾਨ ਤੁਹਾਡੇ ਉੱਪਰ ਚੜ੍ਹ ਕੇ ਆਵੇਗਾ, ਆਪ ਜੀ ਨੂੰ ਕੋਈ ਉਪਾਅ ਕਰ ਲੈਣਾ ਚਾਹੀਦਾ ਹੈ। ਜਦੋਂ ਅੰਮ੍ਰਿਤਸਰ ਸਾਹਿਬ ਵਿਖੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਇਹ ਚਿੱਠੀ ਸੁਣਾਈ ਗਈ ਤਾਂ ਕੁਝ ਸੂਝਵਾਨ ਗੁਰਸਿੱਖਾਂ ਨੇ ਗੁਰੂ ਕੀ ਹਜ਼ੂਰੀ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ। ਉਸੇ ਭਾਵ ਨੂੰ ਲੈ ਕੇ ਗੁਰੂ ਸਾਹਿਬ ਜੀ ਇਹ ਸ਼ਬਦ ਉਚਾਰਨ ਕਰਦੇ ਹਨ, ਜਿਸ ਵਿੱਚ ਆਪਣਾ ਨਿਸ਼ਚਾ ਤੇ ਗੁਰਸਿੱਖਾਂ ਦੀ ਸਲਾਹ ਦਾ ਵਰਣਨ ਕਰਦੇ ਹਨ। ਪ੍ਰਥਮੇ ਮਤਾ ਜੇ ਪਤਰੀ ਚਲਾਵੋ, ਦੁਤੀਏ ਮਤਾ ਦੁਇ ਮਾਨਕ ਪਹੁੰਚਾਵੋ। ਹੇ ਮਹਾਰਾਜ, ਪਹਿਲਾਂ ਇਹ ਮਤਾ ਇਰਾਦਾ ਕੀਤਾ ਹੈ ਕਿ ਜੇਕਰ ਅਸੀਂ ਇੱਕ ਪੱਤਰੀ ਚਿੱਠੀ ਲਿਖ ਕੇ ਬਾਦਸ਼ਾਹ ਵੱਲ ਭੇਜਣੀ ਕਰੀਏ, ਦੁਤੀਏ ਦੂਸਰਾ ਇਹ ਮਤਾ ਫੈਸਲਾ ਕੀਤਾ ਹੈ ਦੋ ਸੂਝਵਾਨ ਮਨੁੱਖ ਪੁਰਸ਼ ਭਾਵ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਪਹੁੰਚਾਉਣਾ ਕਰੀਏ, ਤਾਂ ਜੋ ਇਹ ਦੋਵੇਂ ਸਤਿਪੁਰਸ਼ ਬਾਦਸ਼ਾਹ ਨੂੰ ਗੁਰੂ ਘਰ ਦੀ ਮਰਿਆਦਾ ਬਾਰੇ ਸਾਰਾ ਕੁਝ ਸਮਝਾ ਦੇਣਗੇ। ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੁਹੀ ਧਿਆਇਆ। ਤ੍ਰਿਤੀਏ ਤੀਸਰਾ ਇਹ ਮਤਾ ਫੈਸਲਾ ਕੀਤਾ ਹੈ ਕਿ ਕੁਝ ਮਾਇਆ ਧਨ ਆਦ ਬਾਦਸ਼ਾਹ ਨੂੰ ਭੇਜਣ ਦਾ ਉਪਾਅ ਯਤਨ ਕਰੀਏ, ਭਾਵ ਰਿਸ਼ਵਤ ਦੇ ਕੇ ਬਾਦਸ਼ਾਹ ਨੂੰ ਆਪਣੀ ਮਦਦ ਵਿੱਚ ਕਰੀਏ। ਇਸ ਪ੍ਰਕਾਰ ਗੁਰਸਿੱਖਾਂ ਦੇ ਵਿਚਾਰ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਅਸੀਂ ਨਾ ਕੋਈ ਚਿੱਠੀ, ਨਾ ਬਾਬਾ ਬੁੱਢਾ ਆਦਿ ਗੁਰਸਿੱਖਾਂ ਨੂੰ ਤੇ ਨਾ ਹੀ ਕੋਈ ਮਾਇਆ ਆਦਿ ਭੇਜਣ ਦਾ ਯਤਨ ਕਰਨਾ। ਇਉਂ ਬਚਨ ਕਰਕੇ ਪਰਮੇਸ਼ਰ ਦੇ ਸਨਮੁਖ ਉਚਾਰਦੇ ਹਨ ਕਿ ਹੇ ਪ੍ਰਭੂ ਪਰਮੇਸ਼ਰ, ਮੈਨੇ ਭਾਵ ਅਸਾਂ ਨੇ ਸਾਰਾ ਕੁਝ ਛੱਡ ਕੇ ਇੱਕ ਤੈਨੂੰ ਹੀ ਧਿਆਉਣਾ ਕੀਤਾ ਹੈ। ਇਸੇ ਪ੍ਰਕਾਰ ਦੂਸਰੇ ਅਰਥ ਵਿੱਚ ਸੰਸਾਰ ਦੀ ਉਤਪਤੀ ਦੀ ਬਾਬਤ ਸਮਝਣਾ। ਪ੍ਰਥਮੇ ਮਤਾ ਜੇ ਪਤਰੀ ਚਲਾਵੋ, ਦੁਤੀਏ ਮਤਾ ਦੁਇ ਮਾਨਕ ਪਹੁੰਚਾਵੋ। ਈਸ਼ਵਰ ਨੇ ਸ੍ਰਿਸ਼ਟੀ ਦੇ ਵਿਸਤਾਰ ਲਈ ਪਹਿਲਾਂ ਇਹ ਮਤਾ ਖਿਆਲ ਕੀਤਾ ਕਿ ਜੇਕਰ ਪੱਤਰੀ ਬਿਰਛ ਰੂਪੀ ਵੇਦਾਂ ਨੂੰ ਚਲਾਉਣਾ ਕਰਾਂ ਤਾਂ ਜੋ ਲੋਕ ਕਰਮ ਕਾਂਡਾਂ ਵਿੱਚ ਪੈ ਕੇ ਸ੍ਰਿਸ਼ਟੀ ਨੂੰ ਅੱਗੇ ਤੋਰਨਗੇ। ਫਿਰ ਦੂਸਰਾ ਮਤਾ ਫੈਸਲਾ ਕੀਤਾ ਕਿ ਦੋ ਮਨੁੱਖ ਭਾਵ ਸ਼ੰਭੂ ਮਨ ਤੇ ਸਤ ਰੂਪਾਂ ਨੂੰ ਪਹੁੰਚਾਉਣਾ ਕਰਾਂ ਤਾਂ ਜੋ ਇਹ ਮੈਥਨੀ ਸ੍ਰਿਸ਼ਟੀ ਪੈਦਾ ਕਰਨ। ਇਹਨਾਂ ਤੋਂ ਅੱਗੇ ਇਸਤਰੀ ਪੁਰਸ਼ ਦੇ ਆਪਸੀ ਸੰਬੰਧ ਦੁਆਰਾ ਸ੍ਰਿਸ਼ਟੀ ਵਧੇਗੀ। ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੁਹੀ ਧਿਆਇਆ। ਹਾਂ, ਤੀਸਰਾ ਮਤਾ ਇਰਾਦਾ ਕੀਤਾ ਕਿ 10 ਪ੍ਰਜਾਪਤ ਨੂੰ ਭੇਜਣਾ ਕਰਾਂ ਤਾਂ ਜੋ ਆਪ ਹੀ ਆਪਣੇ ਬਲ ਨਾਲ ਸ੍ਰਿਸ਼ਟੀ ਨੂੰ ਵਧਾਉਣ ਦਾ ਕੁਝ ਯਤਨ ਕਰੇਗਾ। ਅਖੀਰ ਵਿੱਚ ਈਸ਼ਵਰ ਨੇ ਇਹ ਵਿਚਾਰ ਕੀਤੀ ਕਿ ਇਹਨਾਂ ਦੁਆਰਾ ਸ੍ਰਿਸ਼ਟੀ ਵਧਾਉਣ ਦੀ ਕੀ ਲੋੜ ਹੈ। ਜਿਸ ਪ੍ਰਭੂ ਨੇ ਮੈਨੂੰ ਬਣਾਇਆ ਹੈ ਉਸ ਅੱਗੇ ਹੀ ਬੇਨਤੀ ਕਰਦਾ ਹਾਂ। ਤਦ ਈਸ਼ਵਰ ਨੇ ਮੈਂ ਕਹੀਏ ਹੰਗਤਾ ਦੇ ਅਤੇ ਪ੍ਰਧਾਨ ਨੀਤਾ ਦੇ ਸਾਰੇ ਖਿਆਲਾਂ ਅਰਾਧਿਆਂ ਨੂੰ ਛੱਡ ਕੇ ਚੇਤਨ ਸਰੂਪ ਨਿਰੰਕਾਰ ਦੇ ਤੂੰ ਹੀ ਜਾਪ ਨੂੰ ਧਿਆਉਣਾ ਕੀਤਾ ਹੈ। ਤਾਂ ਫਿਰ ਅਕਾਲ ਪੁਰਖ ਨੇ ਈਸ਼ਵਰ ਵਾਹਿਗੁਰੂ ਦਾ ਸੰਕਲਪ ਪੂਰਾ ਕਰਨ ਲਈ ਏਕੋ ਹੰ ਬਹੁ ਸਿਆਮਾ ਪ੍ਰਜਾ ਯੇ ਦੇ ਵਾਕ ਨਾਲ ਸਾਰੀ ਸ੍ਰਿਸ਼ਟੀ ਵਧਾ ਦਿੱਤੀ। ਮਹਾ ਆਨੰਦ ਅਚਿੰਤ ਸਹਿਜਾਇਆ, ਦੁਸ਼ਮਨ ਦੂਤ ਮੋਏ ਸੁਖ ਪਾਇਆ ਰਹਾਉ। ਇਸ ਪ੍ਰਕਾਰ ਬਹੁਤ ਆਨੰਦ ਦੇ ਸਹਿਤ ਹੋ ਗਏ ਅਤੇ ਅਚਿੰਤ ਚਿੰਤਾਵਾਂ ਤੋਂ ਰਹਿਤ ਹੋ ਕੇ ਗਿਆਨ ਸਰੂਪ ਨੂੰ ਪ੍ਰਾਪਤ ਹੋ ਗਏ ਹਾਂ। ਸਹਿਜ ਸਰੂਪ ਦੀ ਪ੍ਰਾਪਤੀ ਹੋ ਗਈ ਹੈ। ਕਾਮ ਕ੍ਰੋਧ ਰੂਪੀ ਦੁਸ਼ਮਨ ਵੈਰੀ ਅਤੇ ਦੂਤ ਜਮਦੂਤ ਵੀ ਮਰ ਗਏ ਅਤੇ ਸੁਖ ਆਨੰਦ ਸਰੂਪ ਨੂੰ ਪਾਉਣਾ ਕੀਤਾ ਹੈ। ਰਹਾਉ। ਸਤਿਗੁਰ ਮੋਖੋ ਦੀਆ ਉਪਦੇਸ, ਜੀਉ ਪਿੰਡ ਸਭ ਹਰ ਕਾ ਦੇਸ। ਸੱਚੇ ਗੁਰਾਂ ਨੇ ਮੇਰੇ ਤਾਈਂ
ਇਹ ਅੰਮ੍ਰਿਤ ਰੂਪ ਸਿਧਾਂਤ ਦੇਣਾ ਕੀਤਾ ਹੈ ਕਿ ਇਹ ਜ਼ਿੰਦਗੀ, ਪਿੰਡ, ਸਰੀਰ ਅਤੇ ਦੇਸ਼ ਦੇ ਦੇਹ ਦੇ ਅੰਗ, ਦੇਸ਼, ਰਹਿਣ ਵਾਲਾ ਥਾਂ, ਇਹ ਸਾਰਾ ਕੁਝ ਪਰਮੇਸ਼ਰ ਦਾ ਹੀ ਬਖਸ਼ਿਆ ਹੋਇਆ। ਜੋ ਕਿਛ ਕਰੀ ਸੋ ਤੇਰਾ ਤਾਣ, ਤੂੰ ਮੇਰੀ ਓਟ, ਤੂੰ ਹੈ ਦੀਵਾਨ। ਇਹ ਵਾਹਿਗੁਰੂ, ਅਸੀਂ ਜਿਹੜਾ ਕੁਝ ਵੀ ਕਰਦੇ ਹਾਂ ਉਹ ਤੇਰਾ ਕੀ ਹੈ, ਤੁਹਾਡੇ ਤਾਣ ਬਲ ਦੁਆਰਾ ਹੀ ਕਰਦੇ ਹਾਂ। ਹੇ ਵਾਹਿਗੁਰੂ, ਤੁਸੀਂ ਹੀ ਮੇਰੀ, ਸਾਡੀ ਇਸ ਲੋਕ ਦੀ ਓਟ ਟੇਕ ਹੋ ਅਤੇ ਤੁਸੀਂ ਹੀ ਪਰਲੋਕ ਦਾ ਦੀਵਾਨ ਆਸਰਾ ਹੋ। ਸਰੀਰ ਦੀ ਓਟ ਤੇ ਮਨ ਦਾ ਤੁਸੀਂ ਹੀ ਆਸਰਾ ਹੋ। ਤੁਧਨੋਂ ਛੋੜ ਜਾਈਐ ਪ੍ਰਭ ਕੈ ਧਰ, ਆਨ ਨਬੀਆ ਤੇਰੀ ਸਮਸਰ। ਹੇ ਪ੍ਰਭ ਵਾਹਿਗੁਰੂ, ਤੁਹਾਨੂੰ ਛੱਡ ਕਰਕੇ ਕਹਿ ਕਹੀਏ ਕਿਸ ਦੀ ਧਰ ਓਟ ਵਿੱਚ ਜਾਣਾ ਕਰੀਏ। ਭਾਵ ਸਾਨੂੰ ਤਾਂ ਤੁਹਾਡੀ ਹੀ ਓਟ ਠੀਕ ਹੈ। ਤੁਹਾਡੀ ਸਮਰੱਥਾ ਜਾਂ ਸ਼ਕਤੀ ਦੇ ਸਮਸਰ ਬਰਾਬਰ ਹੋਰ ਕੋਈ ਵੀ ਬੀਆ ਕੀਏ ਦੂਸਰਾ ਪੈਦਾ ਹੀ ਨਹੀਂ ਹੋਇਆ। ਤੇਰੇ ਸੇਵਕ ਕੋ ਕਿਸ ਕੀ ਕਾਣ, ਸਾਕਤ ਭੂਲਾ ਫਿਰੈ ਬੇਬਾਨ। ਹੇ ਮਹਾਰਾਜ, ਤੁਹਾਡੇ ਸੇਵਕ ਦਾਸਾਂ ਨੂੰ ਭਲਾ ਕਿਸ ਦੀ ਕਾਣ ਕਨੌੜ ਹੈ। ਭਾਵ ਉਹਨਾਂ ਨੂੰ ਕਿਸੇ ਦੀ ਮੁਤਾਜਗੀ ਦੀ ਲੋੜ ਨਹੀਂ ਹੈ। ਸਾਕਤ ਸ਼ਕਤੀ ਦਾ ਉਪਾਸ਼ਕ, ਸ੍ਰੇਸ਼ਟ ਆਚਰਨ ਤੋਂ ਡਿੱਗਿਆ ਹੋਇਆ ਜੀਵ ਸੰਸਾਰ ਰੂਪੀ ਬੇਬਾਨ ਉਜਾੜ ਵਿੱਚ ਭੁੱਲਾ ਕੀਏ ਭੁੱਲਿਆ ਹੋਇਆ ਫਿਰਦਾ ਰਹਿੰਦਾ ਹੈ। ਤੇਰੀ ਵਡਿਆਈ ਕਹੀ ਨ ਜਾਏ, ਜਹ ਕਹਿ ਰਾਖ ਲੈ ਗਲ ਲਾਏ। ਹੇ ਵਾਹਿਗੁਰੂ, ਤੁਹਾਡੀ ਵਡਿਆਈ ਮਹਿਮਾ ਕਿਸੇ ਪਾਸੋਂ ਵੀ ਕਥਨ ਨਹੀਂ ਕੀਤੀ ਜਾਂਦੀ। ਤੁਸੀਂ ਆਪਣੇ ਸੇਵਕਾਂ ਨੂੰ ਜਿੱਥੇ ਕਿੱਥੇ ਵੀ ਆਪਣੇ ਗਲ ਕੰਠ ਨਾਲ ਲਗਾ ਕੇ ਰਾਖ ਕਹੀਏ ਰੱਖ ਲੈਂਦੇ ਹੋ। ਨਾਨਕ ਦਾਸ ਤੇਰੀ ਸਰਣਾਈ, ਪ੍ਰਭ ਰਾਖੀ ਪੈਜ ਵੱਜੀ ਵਾਧਾਈ। ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਕਿ ਹੇ ਪ੍ਰਭੂ ਪਰਮੇਸ਼ਰ, ਅਸੀਂ ਦਾਸਾ ਭਾਵ ਧਾਰ ਕੇ ਤੁਹਾਡੀ ਸ਼ਰਨ ਵਿੱਚ ਆਏ ਹਾਂ। ਹੇ ਪ੍ਰਭ ਪਰਮੇਸ਼ਰ, ਜਿਨ੍ਹਾਂ ਗੁਰਮੁਖ ਜਨਾਂ ਦੀ ਤੁਸੀਂ ਪੈਜ ਇੱਜ਼ਤ ਰੱਖੀ ਹੈ, ਉਹਨਾਂ ਦੇ ਹਿਰਦੇ ਵਿੱਚ ਆਨੰਦ ਦੀ ਵਾਧਾਈ ਵੱਜੀ ਕਹੀਏ ਖੁਸ਼ੀ ਵੱਜੀ ਪ੍ਰਗਟ ਹੋਈ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।